नमस्कार। प्रोग्राम हैलो डॉक्टर विच दर्शकों का बहुत बहुत स्वागत। मैं डॉक्टर नरेश पटला। दोस्तों, चंगी सेहत का कोई विकल्प नहीं है। कई बार होंदा कि छोटी छोटियां तकलीफां जिन्होंने असी अक्सर नज़रअंदाज कर देंगे हाँ, पर वो कई बार तुहाडी रोज़मर्रा की जिंदगी ते इन्ना क ज़्यादा हिट करदियां हन कि तुहाडा नॉर्मल जीना जिहा भी एक तरह का बहुत खराब हो जाता है। जो देखा जाए कि कई बार वड्डे तो वड्डे झगड़े की जड़ भी छोटी जी गल होंदी है। छोटी जी गल तो शुरू होंदा है तो झगड़ा किते तो किते पहुँच जाता है। इदां ही बड़ियां इन्फैक्शन ऐसियां होंदियां हन शरीर दे विच जिहड़ियां छोटी जी गल तो शुरू होंदियां हन, छोटी जी इन्फैक्शन तो शुरू होगा लेकिन वड्डे तो वड्डे ऑर्गन ते भी असर कर देणगियां। इदां दी एक तकलीफ है UTI, यानी कि यूरिनरी ट्रैक्ट इन्फैक्शन, पेशाब की नाली की इन्फैक्शन। अक्सर साडे को मरीज़ आते हैं कहते हैं कि मैनू तो बाहर हर साल पेशाब की इन्फैक्शन होती है, जिहड़ी है कई बार ठीक ही नहीं होंदी। कईयां दे इन्नी ज़्यादा इन्फैक्शन कर देंदी है कि उहदी सारी उम्र ही एंटीबायोटिक लैंदे लैंदे थकदी नहीं है। सो एक बड़ा वड्डा विषय है, हालांकि सधारण जिहा विषय लेकिन विषय बड़ा ज़्यादा गंभीर है। ये कित्थों तक असर कर सकता है, इस बारे अज असीं विस्तार नाल गलबात करांगे। इस विषय ते वधेरी जानकारी देण लई असीं अपने स्टूडियो विच एक सुपर स्पैशलिस्ट नूं सद्दा दिता है, डॉक्टर वरिंदर अत्री। ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। डॉक्टर वरिंदर अत्री ਜਿਹੜੇ ਕਿ ਇੱਕ ਉੱਘੇ यूरोलॉजिस्ट ਹਨ, MCH यूरोलॉजी ਹਨ ਤੇ ਯੰਗ यूरोलॉजिस्ट ਹਨ ਤੇ ਆਪਣੇ ਸਪੈਸ਼ਲਿਸਟ ਫੀਲਡ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਹਨ। ਡਾਕਟਰ ਅਤਰੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਯੂਰਿਨਰੀ ਟਰੈਕਟ ਹੈ, ਆਪਾਂ ਕਹਿੰਦੇ ਕਿ ਪਿਸ਼ਾਬ ਦੀ ਜਿਹੜੀ ਨਾਲੀ ਹੈ, ਉਹ ਕਿੱਥੋਂ ਸ਼ੁਰੂ ਹੁੰਦੀ ਤੇ ਕਿਸ ਤਰ੍ਹਾਂ ਉਹਦੀ ਬਣਤਰ ਹੈ? ਓਕੇ, ਯੂਰਿਨਰੀ ਟਰੈਕਟ ਜਿਹੜੀ ਹੁੰਦੀ ਹੈ ਦੋਨੋਂ ਮੇਲਸ ਤੇ ਫੀਮੇਲਸ ਵਿੱਚ ਕਾਮਨ ਹੁੰਦੀ ਹੈ ਜੀ, ਯਾਨੀ ਕਿ ਸੇਮ ਅੰਗ ਮੇਲ ਤੇ ਫੀਮੇਲ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਬੋਡੀ ਦੇ ਅੰਦਰ। ਇਹ ਕਾਫੀ ਸਾਰੇ ਆਰਗਨ ਤੋਂ ਮਿਲ ਕੇ ਯੂਰਿਨਰੀ ਟਰੈਕਟ ਬਣਾਉਂਦੇ ਨੇ ਜੀ। ਇਹ ਕਿਡਨੀ ਦੀ ਪਾਈਪ ਤੇ ਮਸਾਨਾ ਜਿਸ ਨੂੰ ਬਲੈਡਰ ਕਹਿੰਦੇ ਤੇ ਬਲੈਡਰ ਦੀ ਪਾਈਪ ਜਿਸ ਨੂੰ ਯੂਰੇਥਰਾ ਕਹਿੰਦੇ ਆ, ਇਹ ਸਾਰੇ ਅੰਗਾਂ ਤੋਂ ਮਿਲ ਕੇ ਬਣਦਾ ਹੈ। ਦੋ ਕਿਡਨੀਆਂ ਤੋਂ ਹਾਂਜੀ, ਹਰ ਇੱਕ ਸਰੀਰ ਦੇ ਵਿੱਚ ਦੋ ਕਿਡਨੀਆਂ ਹੁੰਦੀਆਂ ਮੌਜੂਦ ਹੁੰਦੀਆਂ ਜਿੱਥੋਂ ਕਿ ਯੂਰਿਨ ਪੈਦਾ ਹੁੰਦਾ ਹੈ, ਕਹਿ ਸਕਦੇ ਹੋ ਕਿ ਬਣਦਾ ਹੈ ਜੀ। ਤੇ ਕਿਡਨੀਜ਼ ਵਿੱਚੋਂ ਜੋ ਯੂਰਿਨ ਬਣਦਾ ਹੈ ਉਹ ਕਿਡਨੀ ਦੀ ਪਾਈਪਸ ਦੇ ਦੁਆਰਾ ਮਸਾਨੇ ਦੇ ਵਿੱਚ, ਜੋ ਕਿ ਇੱਕ ਆਰਗਨ ਹੈ, ਉਹ ਸਟੋਰ ਕਰਦਾ ਹੈ ਉਸ ਨੂੰ, ਜੋ ਬਲੈਡਰ ਕਹਿੰਦੇ ਆ। ਮਤਲਬ ਕਿਡਨੀ ਉੱਪਰ ਦੋ ਪਾਈਪਾਂ ਜਿਸ ਨੂੰ ਆਪਾਂ ਯੂਰੇਟਰਸ ਕਹਿੰਦੇ ਨੇ, ਉਹ ਨੀਚੇ ਬਲੈਡਰ ਹੁੰਦਾ ਜਿਹੜਾ ਕਿ ਯੂਰਿਨ ਨੂੰ ਸਟੋਰ ਕਰਦਾ ਹੈ। ਜਦੋਂ ਯੂਰੇਥਰਾ ਰਾਹੀਂ ਫਿਰ ਉਹ ਯੂਰੇਥਰਾ ਰਾਹੀਂ ਇੱਕ ਕਾਮਨ ਪਾਸੇਜ ਰਾਹੀਂ ਬਲੈਡਰ ਤੋਂ ਸਰੀਰ ਤੋਂ ਬਾਹਰ ਨਿਕਲਦਾ ਹੈ ਜੀ। ਤੇ ਇਹ ਸਾਰੇ ਅੰਗਾਂ ਨੂੰ ਮਿਲ ਕੇ ਹੀ ਯੂਰਿਨਰੀ ਟਰੈਕਟ ਕਹਿੰਦੇ ਨੇ। ਵੈਸੇ ਯੂਰਿਨਰੀ ਟਰੈਕਟ ਦਾ ਅਦਰਵਾਈਜ਼ ਫੰਕਸ਼ਨ ਕੀ ਹੁੰਦਾ ਬੋਡੀ ਦੇ ਵਿੱਚ, ਕੀ ਫੰਕਸ਼ਨ ਹੈ? ਯੂਰਿਨਰੀ ਟਰੈਕਟ ਜਿਵੇਂ ਕਿ ਮੈਂ ਦੱਸਿਆ ਕਿ ਇਹ ਕਿਡਨੀਜ਼ ਤੋਂ ਸਟਾਰਟ ਹੋ ਕੇ ਬਾਹਰ ਯੂਰੇਥਰਾ ਤੱਕ ਖਤਮ ਹੁੰਦਾ ਹੈ। ਕਿਡਨੀਜ਼ ਦਾ ਕੰਮ ਹੈ ਕਿ ਸਰੀਰ ਵਿੱਚ ਜੋ ਵੇਸਟ ਮਟੀਰੀਅਲ ਹੈ ਉਹਨਾਂ ਨੂੰ ਬਾਹਰ ਕੱਢਣਾ, ਜੋ ਬਲੱਡ ਹੈ ਉਸ ਨੂੰ ਸਾਫ਼ ਕਰਨਾ ਜੀ। ਤੇ ਉਹ ਜਿਹੜੇ ਸਾਰੇ ਵੇਸਟ ਮਟੀਰੀਅਲ ਹੈ ਉਹ ਯੂਰਿਨ ਦੇ ਰਾਹੀਂ ਸਾਡੀ ਬੋਡੀ ਦੇ ਵਿੱਚੋਂ ਬਾਹਰ ਨਿਕਲਦੇ ਨੇ। ਤੇ ਇਹ ਯੂਰਿਨ ਹੈ ਜੋ ਇਹ ਕਿਡਨੀ ਦੀ ਪਾਈਪ ਰਾਹੀਂ ਬਲੈਡਰ ਤੱਕ ਸਟੋਰ ਹੁੰਦਾ ਹੈ। ਜਦੋਂ ਸਟੋਰ ਹੁੰਦਾ ਤਾਂ ਹਰ ਇੱਕ ਬਲੈਡਰ ਦੀ ਕੈਪੈਸਿਟੀ ਹੁੰਦੀ ਹੈ। ਫੀਮੇਲਸ ਦੀ ਕੈਪੈਸਿਟੀ ਥੋੜਾ ਜ਼ਿਆਦਾ ਹੁੰਦੀ ਹੈ, ਮੇਲਸ ਦੀ ਕੈਪੈਸਿਟੀ ਥੋੜਾ ਘੱਟ ਹੁੰਦੀ ਹੈ। ਉਹ ਜਦੋਂ ਆਦਮੀ ਨੂੰ ਸੈਂਸੇਸ਼ਨ ਹੁੰਦੀ ਹੈ ਯੂਰਿਨ ਪਾਸ ਕਰਨ ਦੀ, ਜਾ ਕੇ ਉਹਦਾ ਪ੍ਰੈਸ਼ਰ ਪੈਣਾ, ਇੱਕ ਹਾਜਤ ਕਹਿ ਲਓ ਕਿ ਇੱਕ 300-350 ml ਦੀ ਕੈਪੈਸਿਟੀ ਦਾ ਬਲੈਡਰ ਹੈ ਤੇ ਉਸ ਨੂੰ ਇੱਕ ਪਾਰਟਿਕੂਲਰ 3-3.5 ਘੰਟੇ ਬਾਅਦ ਔਨ ਐਨ ਐਵਰੇਜ ਉਸ ਨੂੰ ਹਾਜਤ ਹੋਏਗੀ ਤਾਂ ਉਹ ਯੂਰਿਨ ਪਾਸ ਕਰਨ ਲਈ ਜਾਏਗਾ। ਤੇ ਇਹ ਬਲੈਡਰ ਦਾ ਕੰਮ ਹੈ ਕਿ ਉਸ ਨੂੰ ਉਸ ਟਾਈਮ ਤੱਕ ਸਟੋਰ ਕਰਨਾ ਤੇ ਉਸ ਦਾ ਪ੍ਰੈਸ਼ਰ ਨਾ ਵਧਣ ਦੇਣਾ ਜੀ। ਤੇ ਫਿਰ ਅਨਅਬਸਟਰਕਟਡ ਕਹਿ ਲਓ ਕਿ ਬਿਨਾਂ ਕਿਸੇ ਰੁਕਾਵਟ ਦੇ ਯੂਰੇਥਰਾ ਦਾ ਕੰਮ ਹੈ ਕਿ ਸਰੀਰ ਵਿੱਚੋਂ ਪਿਸ਼ਾਬ ਨੂੰ ਬਾਹਰ ਕੱਢਣਾ। ਇਹ ਡਾਕਟਰ ਸਾਹਿਬ ਜਿਹੜਾ ਪਿਸ਼ਾਬ ਨੂੰ ਬਾਹਰ ਕੱਢਦੇ ਆ, ਇਹ ਪੂਰਾ ਬਲੈਡਰ ਖਾਲੀ ਹੋ ਜਾਂਦਾ ਕਿ ਰਿਟੇਨ ਰਹਿੰਦਾ? ਬਿਲਕੁਲ ਸਹੀ। ਜੋ ਔਨ ਐਨ ਐਵਰੇਜ ਜੋ ਨਾਰਮਲ ਵਿਅਕਤੀ ਹੈ ਉਹ ਨੀਅਰ ਕੰਪਲੀਟ ਯੂਰਿਨ ਨੂੰ ਖਾਲੀ ਕਰ ਦਿੰਦਾ ਹੈ। देयर कैन बी कि 10-15 ml तक ਰੈਜ਼ੀਡੂਅਲ ਯੂਰਿਨ ਰਹਿ ਸਕਦਾ ਹੈ, ਪਰ ਇਸ ਨੂੰ ਆਪਾਂ ਇਨਸਿਗਨੀਫੀਕੈਂਟ ਕਹਿੰਦੇ ਆ। ਇਹਦਾ ਕੋਈ ਮਾਇਨੇ ਨਹੀਂ ਰੱਖਦਾ ਇੰਨਾ। ਇਸ ਨੂੰ ਆਪਾਂ ਨੀਅਰ ਕੰਪਲੀਟ ਕਹਿ ਸਕਦੇ ਹਾਂ ਕਿ ਉਹ ਬਿਲਕੁਲ ਆਲਮੋਸਟ ਕੰਪਲੀਟਲੀ ਉਹ ਐਮਟੀ ਹੋ ਗਿਆ। ਡਾਕਟਰ ਸਾਹਿਬ, ਫਿਰ ਆਪਾਂ ਚਲੋ ਯੂਰਿਨਰੀ ਇਨਫੈਕਸ਼ਨ ਦੀ ਗੱਲ ਕਰੀਏ। ਬਿਲਕੁਲ। ਤੇ ਇਨਫੈਕਸ਼ਨ ਕਿਉਂ ਹੋ ਜਾਂਦੀ ਹੈ? ਆਪਾਂ ਚਲੋ ਇੱਥੇ ਹੀ ਪੁੱਛਦੇ ਹਾਂ ਕਿ ਜਿੱਦਾਂ ਨਾਰਮਲ ਸਿਸਟਮ ਹੈ, ਕੀ ਸਿਸਟਮ ਡਿਸਟਰਬ ਹੁੰਦਾ ਹੈ ਕਿ ਕਿਸ ਤਰ੍ਹਾਂ, ਕੀ ਕਾਰਨ ਹੁੰਦੇ, ਕਿੱਦਾਂ ਇਨਫੈਕਸ਼ਨ? ਦੇਖੀਏ, ਸਰੀਰ ਵਿੱਚ UTI ਦੇ ਬਹੁਤ ਸਾਰੇ ਕਾਰਨ ਨੇ। ਜੇ ਆਪਾਂ ਏਜ ਗਰੁੱਪ ਦੇ ਹਿਸਾਬ ਨਾਲ ਦੇਖੀਏ ਤਾਂ ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਯੂਰਨਰੀ
ਟਰੈਕਟ ਇਨਫੈਕਸ਼ਨ ਦਾ ਕਾਰਨ ਹੈ ਕਿ ਜਮਾਂਦਰੂ ਜੇ ਉਹਨਾਂ ਨੂੰ ਕੋਈ ਰੁਕਾਵਟ ਹੈ ਪਿਸ਼ਾਬ ਦੇ ਰਸਤੇ ਦੀ, ਮਤਲਬ ਦੇ ਰਸਤੇ ਦੀ ਬਣਤਰ ਹੀ ਠੀਕ ਨਹੀਂ ਹੈ, ਬਣਤਰ ਹੀ ਠੀਕ ਨਹੀਂ, ਜਮਾਂਦਰੂ ਹੀ ਕੋਈ ਨਾ ਕੋਈ ਪ੍ਰੋਬਲਮ ਨੁਕਸ ਹੈ ਜਾਂ ਡਿਫੈਕਟ ਹੈ ਉਹਨਾਂ ਦੀ ਬਣਤਰ ਵਿੱਚ ਹੀ। ਇਹ ਕਿਡਨੀ ਦੇ ਲੈਵਲ ਤੱਕ ਵੀ ਹੋ ਸਕਦਾ ਹੈ, ਕਿਡਨੀ ਦੇ ਲੈਵਲ ਤੇ ਇਹ obstruction ਹੋ ਸਕਦੀ ਹੈ, ਜਾਂ ਇਹ ਯੂਰੇਥਰਾ ਦੇ ਜਿੱਥੇ ਬਲੈਡਰ ਤੇ ਯੂਰੇਥਰਾ ਸਟਾਰਟ ਹੁੰਦਾ ਉਸ ਲੈਵਲ ਦਾ ਹੋ ਸਕਦਾ ਹੈ, ਜਾਂ ਕਈਆਂ ਵਿੱਚ ਡਿਫੈਕਟ ਬਲੈਡਰ ਦੇ ਜੋ ਕਿਡਨੀਜ਼ ਦੀ ਪਾਈਪ ਹੁੰਦੀ ਹੈ ਉਹ ਜਿਹੜੀਆਂ ਬਲੈਡਰ ਤੇ ਖੁੱਲ੍ਹਦੀਆਂ ਹੈ ਉਹਨਾਂ ਤੇ ਡਿਫੈਕਟ ਹੋ ਸਕਦਾ ਹੈ ਕਿ ਪਿਸ਼ਾਬ ਕੰਪਲੀਟਲੀ ਸਟੋਰ ਸਹੀ ਤਰੀਕੇ ਨਾਲ ਬਲੈਡਰ ਦੇ ਵਿੱਚ ਨਹੀਂ ਰਹਿ ਰਿਹਾ ਤੇ ਉਹ ਬੈਕ ਕਿਡਨੀ ਤੱਕ ਜਾ ਰਿਹਾ ਹੈ। ਇਹ ਸਾਰੀਆਂ ਬੱਚਿਆਂ ਵਿੱਚ ਰੋਗ ਹੋ ਸਕਦਾ, ਜਾਂ ਫਾਈਮੋਸਿਸ ਹੋ ਸਕਦਾ ਕਿ ਉਹਨਾਂ ਦੇ ਪਿਸ਼ਾਬ ਦਾ ਜੋ ਅੱਗੇ ਰਸਤਾ ਹੈ ਉਸ ਨੂੰ ਚਮੜੀ ਟਾਈਟ ਹੋਣ ਕਰਕੇ ਸਹੀ ਵਹਾਵ ਦਾ ਨਹੀਂ ਹੋ ਰਿਹਾ, ਬਾਹਰ ਨਹੀਂ ਨਿਕਲ ਰਿਹਾ। ਜਿਹੜਾ ਪਿਸ਼ਾਬ ਜਿਹੜਾ ਅੰਦਰ ਰਹਿ ਜਾਂਦਾ ਵਾ ਪ੍ਰੋਪਰ ਨਹੀਂ ਨਿਕਲਦਾ, ਉਹ ਜ਼ਿਆਦਾ ਦੇਰ ਰਹਿ ਜਾਵੇ ਤੇ ਰਹਿਣ ਕਰਕੇ ਇਨਫੈਕਸ਼ਨ ਹੁੰਦੀ ਤੁਹਾਡਾ? ਨਹੀਂ, ਇਨਫੈਕਸ਼ਨ ਹੋਣ ਲਈ ਹਮੇਸ਼ਾ ਕੋਈ ਨਾ ਕੋਈ ਬਾਹਰੋਂ ਸੋਰਸ ਚਾਹੀਦਾ ਹੈ ਜੀ। ਯੂਰਿਨ ਐਜ਼ ਸੱਚ ਬੋਡੀ ਦੇ ਵਿੱਚ ਬਿਲਕੁਲ ਸਾਫ਼ ਹੁੰਦਾ ਹੈ, ਸਟਰਾਈਲ ਕਹਿੰਦੇ ਆ ਇਹਨੂੰ ਕਿ ਇਹ ਸਟਰਾਈਲ, ਤੇ ਜਦੋਂ ਸਟੋਰ ਰਹਿੰਦਾ ਹੈ ਤੇ ਬਾਹਰੋਂ ਕੋਈ ਐਕਸਟਰਨਲੀ ਕੋਈ ਕੀਟਾਣੂ ਜਾਂ ਬੈਕਟੀਰੀਆ ਕੋਈ ਐਂਟਰ ਕੀਤਾ ਹੈ ਤਾਂ ਹੀ ਇਨਫੈਕਸ਼ਨ ਹੋਏਗਾ, ਅਦਰਵਾਈਜ਼ ਖਾਲੀ ਪਿਸ਼ਾਬ ਦੇ ਸਟੋਰ ਹੋਣ ਨਾਲ ਇਨਫੈਕਸ਼ਨ ਨਹੀਂ ਹੁੰਦੀ। ਪਰ ਜਿਹੜੀ ਬਣਤਰ ਖਰਾਬ ਹੈ ਤੁਸੀਂ ਦੱਸ ਰਹੇ, ਬਣਤਰ ਕਰਕੇ ਕਿਉਂ ਇਨਫੈਕਸ਼ਨ ਹੁੰਦੀ ਫਿਰ? ਵਹੀ ਕੋਈ ਨਾ ਕੋਈ, ਜਿਸ ਤਰ੍ਹਾਂ ਕੋਈ ਉਸਦਾ ਪਿਸ਼ਾਬ ਪੂਰਾ ਖਾਲੀ, ਇਸ ਤਰ੍ਹਾਂ ਯੂਜਲੀ ਐਸੇ ਹੁੰਦਾ ਕਿ ਜਦੋਂ ਕੋਈ ਅਬਸਟਰਕਸ਼ਨ ਹੁੰਦੀ ਹੈ ਤਾਂ ਪੂਰਾ ਪਿਸ਼ਾਬ ਪਾਸ ਨਹੀਂ ਹੁੰਦਾ, ਕੁਛ ਨਾ ਕੁਛ ਰੈਜ਼ੀਡੂਅਲ ਰਹਿ ਜਾਂਦਾ। ਜਿਵੇਂ ਤੁਸੀਂ ਪੁੱਛ ਰਹੇ ਸੀ ਕਿ ਪੂਰਾ ਬਲੈਡਰ ਖਾਲੀ ਨਾ ਹੋਣਾ ਤੇ ਕੁਛ ਨਾ ਕੁਛ ਪਿਸ਼ਾਬ ਮਸਾਨੇ ਦੇ ਵਿੱਚ ਰੁਕ ਜਾਣਾ, ਉਸ ਰੁਕੇ ਹੋਏ ਪਿਸ਼ਾਬ ਵਿੱਚ ਕਹਿ ਲਓ ਕਿ ਜਿਵੇਂ ਇੱਕ ਖੜੇ ਪਾਣੀ ਦੇ ਵਿੱਚ ਉਹ ਜ਼ਿਆਦਾ ਰਿਸਕ ਵਾਲੇ ਪੇਸ਼ੈਂਟ ਹੋ ਜਾਂਦੇ ਨੇ ਕਿ ਉਹਨਾਂ ਵਿੱਚ ਕੋਈ ਵੀ ਜ਼ਿਆਦਾ ਖੜਾ ਹੋਣ ਨਾਲ ਕਿ ਉਹ ਰੈਜ਼ੀਡੂਅਲ ਪੀਵੀਆਰ ਜ਼ਿਆਦਾ ਰਹਿਣ ਨਾਲ ਉਹ ਜ਼ਿਆਦਾ ਪ੍ਰੋਨ ਹੋ ਜਾਂਦੇ ਨੇ ਇਨਫੈਕਸ਼ਨ ਨੂੰ। ਤੇ ਇਸ ਤਰ੍ਹਾਂ ਨਹੀਂ ਹੈ ਕਿ ਜਿਸ ਵਿੱਚ ਇਹ ਰੁਕਾਵਟ ਹੈ ਤਾਂ ਉਹਨਾਂ ਨੂੰ ਇਨਫੈਕਸ਼ਨ ਹੋਏਗੀ, ਪਰ ਉਹਨਾਂ ਨੂੰ ਨੋਰਮਲ ਏਜ ਗਰੁੱਪ ਦੇ ਬੱਚਿਆਂ ਨਾਲ ਜ਼ਿਆਦਾ ਇਨਫੈਕਸ਼ਨ ਹੋਣ ਦੇ ਰਿਸਕ ਨੇ। ਜ਼ਿਆਦਾਤਰ ਮੰਨਿਆ ਜਾਂਦਾ ਕਿ ਫੀਮੇਲਸ ਦੇ ਵਿੱਚ ਯੂਰਿਨ ਇਨਫੈਕਸ਼ਨ ਜ਼ਿਆਦਾ ਫੀਮੇਲਸ ਦੇ ਵਿੱਚ ਇਨਫੈਕਸ਼ਨ ਮੇਲਸ ਦੇ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਦੇ ਬਹੁਤ ਸਾਰੇ ਕਾਰਨ ਨੇ। ਇੱਕ ਤਾਂ ਹੈ ਕਿ ਉਹਨਾਂ ਦਾ ਪਿਸ਼ਾਬ ਦਾ ਰਸਤਾ ਛੋਟਾ ਹੁੰਦਾ ਹੈ। ਨੋਰਮਲ ਮੇਲਸ ਦੇ ਵਿੱਚ ਦੇਖਿਆ ਜਾਏ ਤਾਂ ਇਹ ਰਸਤਾ ਕੋਈ 25 ਤੋਂ 26 ਸੈਂਟੀਮੀਟਰ ਦਾ ਹੁੰਦਾ ਤੇ ਇਸ ਲਈ ਜੋ ਬੈਕਟੀਰੀਆ ਜੋ ਜੀਵਾਣੂ ਹੈ ਉਸ ਨੂੰ ਐਂਟਰ ਕਰਨ ਲਈ ਲੌਂਗ ਡਿਸਟੈਂਸ ਟਰੈਵਲ ਕਰਨਾ ਪੈਂਦਾ, ਇਸ ਲਈ ਕੋਈ ਬਾਹਰ ਤੋਂ ਇਨਫੈਕਸ਼ਨ ਇੰਨੀ ਜਲਦੀ ਅਸੈਂਡ ਜਾਂ ਟਰੈਵਲ ਨਹੀਂ ਕਰਦੀ ਤੇ ਮੇਲਸ ਦੇ ਵਿੱਚ ਇਨਫੈਕਸ਼ਨ ਘੱਟ ਹੁੰਦੀ ਹੈ। ਫੀਮੇਲਸ ਦੇ ਵਿੱਚ ਇਹ ਰਸਤਾ ਤਕਰੀਬਨ 4 ਤੋਂ 5 ਸੈਂਟੀਮੀਟਰ ਹੁੰਦਾ ਹੈ, ਇਸ ਲਈ ਐਕਸਟਰਨਲੀ ਕੋਈ ਵੀ ਇਨਫੈਕਸ਼ਨ ਬਹੁਤ ਜਲਦੀ ਟਰੈਵਲ ਕਰ ਜਾਂਦੀ ਹੈ ਤੇ ਮਸਾਨੇ ਤੱਕ ਪਹੁੰਚ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਇਨਫੈਕਸ਼ਨ ਜ਼ਿਆਦਾ। ਇਸ ਤੋਂ ਇਲਾਵਾ ਪਿਸ਼ਾਬ ਦਾ ਰਸਤਾ ਜੋ ਫੀਮੇਲਸ ਦਾ ਉਹ ਕਹਿ ਲਓ ਕਿ ਬੱਚੇਦਾਨੀ ਦੇ ਰਸਤੇ ਔਰ ਟਾਇਲਟ ਦੇ ਰਸਤੇ ਦੇ ਐਨਸ ਦੇ ਪਾਸ ਹੁੰਦਾ ਹੈ, ਜਿਸ ਕਰਕੇ ਵੀ ਇਹ ਇਨਫੈਕਸ਼ਨ ਥੋੜ੍ਹੀ ਜ਼ਿਆਦਾ ਜਲਦੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਫੀਮੇਲਸ ਨੂੰ ਪ੍ਰੈਗਨੈਂਸੀ ਦੇ ਦੌਰਾਨ ਵੀ ਰਿਸਕ ਜ਼ਿਆਦਾ ਹੁੰਦੇ ਨੇ। ਪ੍ਰੈਗਨੈਂਸੀ ਵੀ ਇੱਕ ਤਰ੍ਹਾਂ ਦੀ ਕਹਿ ਲਓ ਕਿ ਕਿਉਂਕਿ ਉਹ ਪ੍ਰੈਗਨੈਂਸੀ ਦੇ ਦੌਰਾਨ ਵੀ ਬਲੈਡਰ ਕੰਪਲੀਟਲੀ ਐਮਟੀ ਨਹੀਂ ਹੁੰਦਾ, ਉਹਨਾਂ ਨੂੰ ਬਾਰ-ਬਾਰ ਪਿਸ਼ਾਬ ਦੀ ਪ੍ਰੈਸ਼ਰ ਹੁੰਦਾ ਤੇ ਇਸ ਕਰਕੇ ਵੀ ਪ੍ਰੈਗਨੈਂਸੀ 'ਚ ਹਾਰਮੋਨ ਚੇਂਜਸ ਵੀ ਹੁੰਦੇ ਆ, ਜਿਹਦੇ ਕਰਕੇ ਇਨਫੈਕਸ਼ਨ ਦਾ ਰਿਸਕ ਜ਼ਿਆਦਾ ਹੁੰਦਾ ਹੈ। ਤੇ ਪਰਟੀਕੂਲਰ ਏਜ ਤੋਂ ਬਾਅਦ 45-50 ਸਾਲ ਤੋਂ ਬਾਅਦ ਜਦੋਂ ਫੀਮੇਲਸ ਦੀ ਏਜ ਜ਼ਿਆਦਾ ਹੁੰਦੀ ਹੈ, ਪੀਰੀਅਡਸ ਬੰਦ ਹੋ ਜਾਂਦੇ ਨੇ ਤੇ ਉਹਨਾਂ ਵਿੱਚ ਈਸਟ੍ਰੋਜਨ ਡੈਫੀਸ਼ੀਐਂਸੀ ਹੋ ਜਾਂਦੀ ਹੈ। ਈਸਟ੍ਰੋਜਨ ਵੀ ਇੱਕ ਤਰ੍ਹਾਂ ਦਾ ਕਹਿ ਲਓ ਇਨਫੈਕਸ਼ਨ ਨੂੰ ਪ੍ਰੀਵੈਂਟ ਕਰਨ 'ਚ ਹੈਲਪ ਕਰਦਾ ਹੈ। ਤੇ ਇਹ ਸਾਰੇ ਕਾਰਨਾਂ ਕਰਕੇ ਫੀਮੇਲਸ ਵਿੱਚ ਮੇਲਸ ਨਾਲੋਂ ਜ਼ਿਆਦਾ ਇਨਫੈਕਸ਼ਨ ਹੁੰਦੀ ਹੈ। ਇਹ ਕੋਈ ਜਿੱਦਾਂ ਲੇਡੀਜ਼ ਦੀ ਜਿਹੜੀ ਫੀਮੇਲ ਇਨਫੈਕਸ਼ਨ ਕੋਈ ਹੋਣ ਉਹ ਵੀ ਕਾਰਨ ਕਰਦੀਆਂ ਵੀ ਜ਼ਿਆਦਾ ਇਨਫੈਕਸ਼ਨ ਹੋਣ ਦਾ ਚਾਂਸ ਹੋਰ ਜ਼ਿਆਦਾ, ਕਿਉਂਕਿ ਫੀਮੇਲਸ ਹੋਰ ਵੀ ਤਾਂ ਇਨਫੈਕਸ਼ਨਸ ਬੜੀਆਂ ਹੁੰਦੀਆਂ ਨਾ। ਕਿਸੇ ਵੀ ਡਿਸਟੈਂਟ ਬੋਡੀ ਸਾਈਡ ਤੇ ਕੋਈ ਇਨਫੈਕਸ਼ਨ ਹੈ ਤੇ ਜਿਵੇਂ ਕਿ ਕਹਿ ਲਓ ਕਿ ਕਿਸੇ ਕੋਰੀਆ ਵਗੈਰਾ ਏਰੀਆ ਹੁੰਦਾ, ਹਾਂਜੀ, ਜੇ ਬੱਚੇਦਾਨੀ ਦੇ ਰਸਤੇ ਦਾ ਇਨਫੈਕਸ਼ਨ ਹੈ ਤਾਂ ਜਿਵੇਂ ਕਿ ਦੱਸਿਆ ਕਿ ਉਹਨਾਂ ਦਾ ਰਸਤਾ ਬਹੁਤ ਪਾਸ ਹੁੰਦਾ ਹੈ ਤੇ ਉਹਨਾਂ ਨੂੰ ਇਹ ਸਿੰਪਟਮਸ ਪਿਸ਼ਾਬ ਦੇ ਇਨਫੈਕਸ਼ਨ ਦੇ ਸਿੰਪਟਮ ਵਾਂਗੂ ਸਿੰਪਟਮ ਆ ਸਕਦੇ ਨੇ। ਜਿਵੇਂ ਕਿ ਬੱਚੇਦਾਨੀ ਦੇ ਰਸਤੇ ਦੀ ਇਨਫੈਕਸ਼ਨ ਹੈ, ਜੇ ਉਹਨਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਵੀ ਹੈ ਤਾਂ ਵੀ ਉਹਨਾਂ ਨੂੰ ਐਸੇ ਸਿੰਪਟਮ ਆ ਸਕਦੇ ਨੇ ਜਿਹੜੇ ਕਿ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦੇ ਨੇ ਕਿ ਉਹਨਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਹੈ ਜੀ। ਜਿਵੇਂ ਕਿ ਉਹਨਾਂ ਨੂੰ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਦੇ ਰਸਤੇ ਦੀ ਜਲਨ, ਇਹ ਸਾਰੇ ਸਿੰਪਟਮਸ ਉਹਨਾਂ ਨੂੰ ਓਨਲੀ ਬਿਕੋਜ਼ ਆਫ ਬੱਚੇਦਾਨੀ ਦੇ ਰਸਤੇ ਦੀ ਇਨਫੈਕਸ਼ਨ ਕਰਕੇ ਵੀ ਹੋ ਸਕਦਾ ਹੈ। ਤੇ ਦੂਸਰਾ, ਬੱਚੇਦਾਨੀ ਦੇ ਰਸਤੇ ਦੀ ਇਨਫੈਕਸ਼ਨ ਇਟਸੈਲਫ ਪਿਸ਼ਾਬ ਦੀ ਇਨਫੈਕਸ਼ਨ ਵੀ ਕਰ ਸਕਦੀ ਹੈ ਜੀ। ਇਹ ਡਾਕਟਰ ਸਾਹਿਬ ਜਿਹੜੀ ਕਹਿੰਦੇ ਕਿ ਫੀਮੇਲ 'ਚ ਜਿੱਦਾਂ ਹੁਣ ਰਿਕਰੈਂਟ ਹੁੰਦੀ ਰਹਿੰਦੀ ਹੈ ਬਹੁਤ ਜ਼ਿਆਦਾ, ਕਈਆਂ ਦੇ ਤਾਂ ਠੀਕ ਹੀ ਨਹੀਂ ਹੁੰਦੀ, ਬਿਲਕੁਲ ਜੇ ਹੋ ਰਹੀ ਹੈ ਤਾਂ ਫਿਰ ਬਾਰ-ਬਾਰ ਹੋ ਹੀ ਜਾਣੀ ਹੈ, ਥੋੜ੍ਹੀ ਦੇਰ ਉਹਨਾਂ ਨੂੰ ਐਂਟੀਬਾਇਓਟਿਕ ਵਗੈਰਾ ਦਾ ਕੋਰਸ ਲੈਣਾ ਫਿਰ ਹੋ ਜਾਣਾ। ਰਿਕਰੈਂਟ ਜਿਹੜੀ UTI ਹੁੰਦੀ ਹੈ ਇਹਦਾ ਕੀ ਕਾਰਨ ਹੈ ਫੀਮੇਲਸ ਵਿੱਚ?
ਰਿਕਰੈਂਟ UTI ਦੇ ਬਹੁਤ ਸਾਰੇ ਕਾਰਨ ਨੇ। ਰਿਕਰੈਂਟ UTI ਲਈ ਸਭ ਤੋਂ ਪਹਿਲਾਂ ਸਾਨੂੰ ਦੇਖਣੇ ਪੈਂਦਾ ਕਿ ਉਹਨਾਂ ਦੀ ਪਹਿਲੀ ਜੋ ਇਨਫੈਕਸ਼ਨ ਹੋਈ ਹੈ ਕੰਪਲੀਟਲੀ ਕਿਉਰ ਹੋਈ ਹੈ ਜਾਂ ਨਹੀਂ, ਜਾਂ ਕਿ ਉਹ ਜੋ ਜੀਵਾਣੂ ਸੀ, ਜੋ ਕੀਟਾਣੂ ਸੀ, ਉਹ ਕੰਪਲੀਟਲੀ ਬੋਡੀ ਵਿੱਚੋਂ ਨਿਕਲਿਆ ਹੈ ਜਾਂ ਉਹ ਵੀ ਹਜੇ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੋ ਗਿਆ ਪਰ ਉਹ ਇਨਐਕਟਿਵ ਸਟੇਟ ਵਿੱਚ ਹੋ ਗਿਆ, ਜਾਂ ਉਹਨਾਂ ਦੀ ਮਾਤਰਾ ਘਟ ਗਈ ਹੈ ਕਿ ਉਹ ਸਿੰਪਟਮ ਨਹੀਂ ਦੇ ਰਿਹਾ। ਤਾਂ ਸਭ ਤੋਂ ਕਾਮਨ ਕਾਰਨ ਹੈ ਕਿ ਸਰੀਰ ਵਿੱਚੋਂ ਉਹ ਬੈਕਟੀਰੀਆ ਜ਼ਿਆਦਾ ਪੂਰੀ ਤਰ੍ਹਾਂ ਨਹੀਂ ਨਿਕਲਿਆ ਹੁੰਦਾ, ਉਹ ਬਿਲਕੁਲ ਸਾਇਲੈਂਟ ਹੋ ਕੇ ਬੈਠ ਜਾਂਦਾ, ਜਿਹਦੇ ਕਰਕੇ ਦੁਬਾਰਾ ਇਨਫੈਕਸ਼ਨ ਇੱਕ ਟਾਈਮ ਤੋਂ ਬਾਅਦ ਜਦੋਂ ਉਹਨਾਂ ਦੀ ਲੈਵਲ ਜਦੋਂ ਜ਼ਿਆਦਾ ਵੱਧ ਗਿਆ ਤੇ ਉਹ ਦੁਬਾਰਾ ਇਨਫੈਕਸ਼ਨ ਦੇ ਦਿੰਦਾ। ਇਸ ਲਈ ਫੀਮੇਲ ਵਿੱਚ ਇੱਕ ਤਾਂ ਇਹ ਕਾਰਨ ਹੈ ਕਿ ਉਹ ਬਾਰ-ਬਾਰ ਕੰਪਲੀਟਲੀ ਕਿਉਰ ਹੀ ਨਹੀਂ ਹੋਇਆ ਪਹਿਲਾਂ। ਬਿਲਕੁਲ ਸਹੀ ਗੱਲ ਕਿ ਐਂਟੀਬਾਇਓਟਿਕ ਦਾ ਕੋਰਸ ਪੂਰਾ ਨਹੀਂ ਗਿਆ, ਜਾਂ ਉਹਨਾਂ ਨੇ ਅੱਧੀ ਅਧੂਰੀ ਟ੍ਰੀਟਮੈਂਟ ਲਈ ਹੈ, ਜਾਂ ਕਈ ਵਾਰੀ ਉਹਨੀ ਐਂਟੀਬਾਇਓਟਿਕ ਇਫੈਕਟਿਵ ਨਹੀਂ ਸੀ, ਉਹਨੇ ਸਾਇਲੈਂਟ ਕਰਤਾ ਬੈਕਟੀਰੀਆ, ਬਿਲਕੁਲ ਡੈਡ ਨਹੀਂ ਕੀਤਾ, ਤੇ ਉਹ ਬਿਲਕੁਲ ਡੈਡ ਨਹੀਂ ਕੀਤਾ, ਜਿਹਦੇ ਕਰਕੇ ਕੰਪਲੀਟ ਇਰੈਡੀਕੇਸ਼ਨ ਨਹੀਂ ਹੋ ਪਾਈ। ਇਸ ਤੋਂ ਇਲਾਵਾ ਉਹਨਾਂ ਵਿੱਚ ਫੀਮੇਲਸ ਵਿੱਚ ਜਿਵੇਂ ਕਿ ਦੱਸਿਆ ਕਿ ਲੋਕਲ ਹਾਈਜੀਨ ਦਾ ਬਹੁਤ ਜ਼ਿਆਦਾ ਰੋਲ ਹੈ। ਜਿਨ੍ਹਾਂ ਵਿੱਚ ਵੀ ਰਿਕਰੈਂਟ UTI ਹੁੰਦੀ ਹੈ ਉਹਨਾਂ ਵਿੱਚ ਸਾਨੂੰ ਸਪੈਸ਼ਲੀ ਕਾਰਨ ਦੇਖਣਾ ਪੈਂਦਾ ਹੈ ਕਿ ਕਿਸੇ ਪਾਰਟਿਕੂਲਰ ਫੀਮੇਲ ਨੂੰ ਬਾਰ-ਬਾਰ ਇਨਫੈਕਸ਼ਨ ਕਿਉਂ ਹੋ ਰਹੀ ਹੈ। ਉਹਨਾਂ ਵਿੱਚ ਆਪਾਂ ਕਾਰਨ ਲੱਭਣ ਦੇ ਸਾਰੇ ਯਤਨ ਕਰੀਦੇ, ਸਾਰੇ ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਵਿੱਚ ਲੋਕਲ ਹਾਈਜੀਨ 'ਚ ਕੋਈ ਡਿਸਕ੍ਰਿਪੈਂਸੀ ਆ ਰਹੀ ਹੈ, ਕਿ ਉਹ ਲੋਕਲ ਸਫਾਈ ਸਹੀ ਕਰ ਰਹੇ ਹੈ, ਪੀਰੀਅਡਸ ਦੇ ਦੌਰਾਨ ਆਪਣਾ ਵੈਟਨੈਸ ਤਾਂ ਨਹੀਂ ਜ਼ਿਆਦਾ ਹੋਣ ਦੇ ਰਹੇ, ਜਾਂ ਬਹੁਤ ਜ਼ਿਆਦਾ ਪਿਸ਼ਾਬ ਤਾਂ ਨਹੀਂ ਹੋਲਡ ਕਰ ਰਹੇ, ਜਾਂ ਹਾਈਡਰੇਸ਼ਨ ਠੀਕ ਰੱਖ ਰਹੇ ਹੈ ਜਾਂ ਨਹੀਂ, ਤੇ ਟਾਇਲਟ ਦੌਰਾਨ ਉਹਨਾਂ ਦੀ ਸਫਾਈ ਕਿਸ ਤਰੀਕੇ ਨਾਲ ਕਰ, ਇਹ ਸਾਰੀ ਚੀਜ਼ਾਂ ਆਪਾਂ। ਮੀਨੋਪੌਜ਼ ਵੀ ਇਹਦੇ ਵਿੱਚ ਕਾਰਨ ਕੋਈ ਜੈਸੇ ਕਿ ਦੱਸਿਆ ਕਿ ਮੀਨੋਪੌਜ਼ ਨਾਲ ਈਸਟ੍ਰੋਜਨ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ, ਈਸਟ੍ਰੋਜਨ ਦੀ ਮਾਤਰਾ ਘਟ ਜਾਂਦੀ ਹੈ, ਤੇ ਜੋ ਬੱਚੇਦਾਨੀ ਦਾ ਰਸਤਾ ਹੈ ਮਿਕੋਜ਼ਾ ਹੈ ਉਹ ਡਰਾਈ ਹੋ ਜਾਂਦਾ ਹੈ, ਉਹਨਾਂ 'ਚ ਡੈਫੀਸ਼ੀਐਂਸੀ ਹੋ ਜਾਂਦੀ ਹੈ। ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਵਿੱਚ ਵੀ ਮੀਨੋਪੌਜ਼ਲ ਲੇਡੀਜ਼ ਵਿੱਚ ਈਸਟ੍ਰੋਜਨ ਦੀ ਡੈਫੀਸ਼ੀਐਂਸੀ ਹੁੰਦੀ ਹੈ, ਬੱਚੇਦਾਨੀ ਦਾ ਜੋ ਰਸਤਾ ਹੈ ਉਹ ਡਰਾਈ ਹੋ ਜਾਂਦਾ ਹੈ, ਤੇ ਉਹਨਾਂ ਵਿੱਚ ਵੀ UTI ਜ਼ਿਆਦਾ ਕਾਮਨ ਹੈ। ਇਹ ਡਾਕਟਰ ਸਾਹਿਬ ਆਪਾਂ ਨਾ UTI ਦੇ ਨਾ ਮੈਂ ਸੋਚਦਾ ਕਿ ਪਹਿਲਾਂ ਆਪਾਂ ਲੱਛਣ ਪੁੱਛ ਲਈਏ। ਆਪਾਂ ਵੈਸੇ ਲੱਛਣ ਦੀ ਗੱਲ ਹੀ ਨਹੀਂ ਕੀਤੀ, ਆਪਾਂ ਸਿੱਧਾ ਗਹਿਰਾਈ ਤੇ ਪਹੁੰਚ ਗਏ। ਕਾਮਨ ਜਿਹੇ ਸਿੰਪਟਮ ਕੀ ਹੁੰਦੇ ਕਿ ਆਪਾਂ ਇਨਫੈਕਸ਼ਨ ਤਾਂ ਕਹਿ ਦਿੱਤੀ, ਜਿੱਦਾਂ ਇਨਫੈਕਸ਼ਨ ਫੀਵਰ ਤਾਂ ਹੋਣਾ ਹੀ ਹੋਣਾ ਹੈ, ਠੀਕ ਹੈ ਨਾ, ਤੇ ਅਦਰਵਾਈਜ਼ ਲੱਛਣ ਕੀ ਹੁੰਦੇ ਕਿ ਆਪਾਂ UTI ਸਸਪੈਕਟ ਕਰੀਏ? ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਦੱਸਾਂਗਾ ਕਿ ਯੂਰੀਨਰੀ ਟਰੈਕਟ, ਜਿਵੇਂ ਵੀ ਆਪਾਂ ਡਿਸਕਸ ਕੀਤਾ ਕਿ ਯੂਰੀਨਰੀ ਟਰੈਕਟ ਵਿੱਚ ਕਿਹੜੇ-ਕਿਹੜੇ ਅੰਗ ਨੇ, ਤੇ ਮੈਂ ਇਹਨਾਂ ਦੇ ਲੱਛਣਾਂ ਨੂੰ ਦੇਖਦਾ ਹੋਇਆ ਕਿ ਇਸ ਨੂੰ ਆਪਾਂ ਅਪਰ ਟਰੈਕਟ ਤੇ ਲੋਅਰ ਟਰੈਕਟ 'ਚ ਡਿਵਾਈਡ ਕਰ ਦਈਏ ਤਾਂ ਕਰ ਸਕਦੇ ਹਾਂ। ਅਪਰ ਟਰੈਕਟ ਵਿੱਚ ਸਾਡੇ ਕਿਡਨੀ ਤੇ ਕਿਡਨੀ ਦੀ ਪਾਈਪਸ ਆ ਜਾਂਦੀ ਨੇ, ਤੇ ਲੋਅਰ ਟਰੈਕਟਸ ਵਿੱਚ ਮਸਾਨਾ ਤੇ ਮਸਾਨੇ ਦੀ ਪਾਈਪ, ਜਿਹਨੂੰ ਕਿ ਯੂਰੇਥਰਾ ਕਹਿੰਦੇ ਨੇ। ਠੀਕ ਹੈ। ਤੇ ਮੋਸਟ ਕਾਮਨਲੀ ਜ਼ਿਆਦਾ ਕਰਕੇ ਮਰੀਜ਼ਾਂ ਨੂੰ ਲੋਅਰ ਟਰੈਕਟ ਇਨਫੈਕਸ਼ਨ ਜ਼ਿਆਦਾ ਕਾਮਨ ਹੈ, ਜਿਹੜੇ ਮੈਜੋਰਿਟੀ ਆਫ ਦੀ ਪੇਸ਼ੈਂਟਸ ਨੇ। ਤੇ ਲੋਅਰ ਟਰੈਕਟਸ ਦੇ ਸਿੰਪਟਮਸ ਇਹ ਨੇ ਕਿ ਪੇਸ਼ੈਂਟ ਨੂੰ ਬਾਰ-ਬਾਰ ਪਿਸ਼ਾਬ ਆਏਗਾ, ਜਿਸ ਨੂੰ ਫ੍ਰੀਕੁਐਂਸੀ ਕਹਿੰਦੇ ਨੇ, ਇੱਕਦਮ ਬਹੁਤ ਜ਼ਿਆਦਾ ਹਾਜਤ ਹੋ ਜਾਏਗੀ ਪਿਸ਼ਾਬ ਕਰਨ ਦੀ, ਕਿ ਜਿਹੜੇ ਕਿ ਉਸ ਨੂੰ ਕੰਟਰੋਲ ਨਹੀਂ ਕਰ ਸਕਦੇ, ਕਿ ਕਈ ਵਾਰ ਉਹਨਾਂ ਦਾ ਵਾਸ਼ਰੂਮ ਤੱਕ ਜਾਂਦੇ ਕੁਛ ਇੱਕ ਬੂੰਦਾਂ ਕੱਪੜੇ ਵਿੱਚ ਵੀ ਨਿਕਲ ਜਾਂਦੀਆਂ ਨੇ, ਤੇ ਉਹਨਾਂ ਵਿੱਚ ਪਿਸ਼ਾਬ ਕਰਦੇ ਹੋਏ ਜਲਨ ਹੋ ਸਕਦੀ ਹੈ, ਦਰਦ ਹੋ ਸਕਦੀ ਹੈ, ਪੇਟ ਦੇ ਨਿਚਲੇ ਹਿੱਸੇ 'ਚ ਦਰਦ ਹੋ ਸਕਦੀ ਹੈ। ਇਹ ਸਾਰੇ ਲੱਛਣ ਲੋਅਰ ਟਰੈਕਟ ਵਿੱਚ ਹੁੰਦੇ ਨੇ। ਫੀਵਰ ਜ਼ਿਆਦਾ ਕਰਕੇ ਲੋ ਗ੍ਰੇਡ ਹੁੰਦਾ ਹੈ, ਜਿਹੜਾ ਕਿ ਲੋਅਰ ਟਰੈਕਟਸ ਵਾਲਿਆਂ ਵਿੱਚ ਜੇ ਇਨਫੈਕਸ਼ਨ ਹੈ। ਜੇ ਆਪਾਂ ਅਪਰ ਟਰੈਕਟ ਦੀ ਗੱਲ ਕਰੀਏ ਤਾਂ ਫੀਵਰ ਸਭ ਤੋਂ ਜ਼ਿਆਦਾ ਕਾਮਨ ਹੈ। ਜੇ ਕਿਡਨੀ ਦੀ ਇਨਫੈਕਸ਼ਨ ਹੈ, ਕਿਡਨੀ ਵਿੱਚ ਕੋਈ ਪਸ ਪੈ ਗਈ ਹੈ, ਤਾਂ ਫੀਵਰ ਹਰ ਇੱਕ ਮਰੀਜ਼ ਨੂੰ ਆ ਸਕਦਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਬੱਖੀ ਦੇ ਵਿੱਚ, ਪਿੱਠ ਦੇ ਵਿੱਚ ਦਰਦ ਹੋਣੀ, ਉਲਟੀ ਦਾ ਮਨ ਕਰਨਾ ਜਾਂ ਉਲਟੀ ਆਉਣਾ, ਸਰੀਰ ਬਹੁਤ ਜ਼ਿਆਦਾ ਥਕਾਵਟ ਆਉਣਾ, ਇਹ ਸਾਰੇ ਲੱਛਣ ਅਪਰ ਟਰੈਕਟਸ ਦੇ ਵਿੱਚ ਮੌਜੂਦ ਹੁੰਦੇ ਨੇ। ਆਮ ਤੌਰ ਤੇ ਦੇਖਣ ਵਿੱਚ ਆਉਂਦਾ ਵੀ ਜਿਹਨੂੰ ਬੁਖਾਰ ਹੁੰਦਾ ਨਾ UTI ਦੇ ਵਿੱਚ, ਉਹਨੂੰ ਠੰਡ ਲੱਗਦੀ ਹੈ, ਬਿਲਕੁਲ ਸ਼ਿਵਰਿੰਗ ਨਾਲ, ਤੇ ਆਪਾਂ ਦੇਖਿਆ ਕਿ ਜਦੋਂ ਠੰਡ ਲੱਗਦੀ ਲੋਕੀ ਮਲੇਰੀਆ ਦੀ ਦਵਾਈ ਲੈਣ ਲੱਗ ਪੈਂਦੇ, ਅਸਾਂ ਲੈਣ ਲੱਗ ਪੈਂਦੇ, ਯੂਰਿਨ ਟੈਸਟ ਬੜੇ ਘੱਟ ਕਰਾਉਂਦੇ। ਜਿਹੜੇ ਵੀ ਦੇਖੋ ਬਲੱਡ ਟੈਸਟ ਕਰਾ ਲੈਣਗੇ, ਸਾਰੇ ਟੈਸਟ ਕਰਾਉਣਗੇ, ਯੂਰਿਨ ਟੈਸਟ ਨਹੀਂ ਕਰਾਇਆ ਹੁੰਦਾ, ਲੇਕਿਨ ਨਿਕਲਦੀ UTI। ਤੇ ਕਈ ਵਾਰੀ ਡਾਕਟਰ ਸਾਹਿਬ ਜਿੱਦਾਂ ਚਲੋ ਇਹ ਠੰਡ ਨਾਲ ਸਿੰਪਟਮ ਆਉਂਦੇ ਆ ਤਾਂ ਯੂਰਿਨ ਟੈਸਟ ਜ਼ਰੂਰ ਕਰਾਉਣਾ ਚਾਹੀਦਾ। ਹੋ ਸਕਦਾ ਜਿਹੜਾ ਬੁਖਾਰ ਹੈ ਜਿਹੜਾ ਠੰਡ ਨਾਲ ਹੋ ਰਿਹਾ UTI ਕਰਕੇ ਵੀ ਹੋ ਰਿਹਾ ਹੋਵੇ। ਹਾਂਜੀ, ਜਿਵੇਂ ਕਿ ਮੈਂ ਦੱਸਿਆ ਕਿ ਅਪਰ ਟਰੈਕਟਸ, ਜਿਵੇਂ ਕਿ ਕਿਡਨੀ ਦੀ ਇਨਫੈਕਸ਼ਨ ਵਿੱਚ ਜਾਂ ਕਿਡਨੀ ਦੀ ਪਾਈਪ ਦੀ ਇਨਫੈਕਸ਼ਨ ਵਿੱਚ ਫੀਵਰ ਬਹੁਤ ਜ਼ਿਆਦਾ ਕਾਮਨ ਹੈ। ਇਹ ਠੰਡ ਲੱਗ ਕੇ, ਬੁਖਾਰ ਠੰਡ ਲੱਗ ਕੇ ਵੀ ਆ ਸਕਦਾ ਹੈ। ਜਦੋਂ ਕਿ ਇਹ ਕਿਡਨੀ ਦੀ ਇਨਫੈਕਸ਼ਨ ਬਲੱਡ ਵਿੱਚ ਵੀ ਪਹੁੰਚ ਜਾਂਦੀ ਹੈ, ਤਾਂ ਜ਼ਿਆਦਾ ਕਰਕੇ ਠੰਡ ਲੱਗ ਕੇ, ਜਿਸ ਨੂੰ ਚਿਲਸ ਕਹਿੰਦੇ ਨੇ, ਚਿਲਸ ਕਹਿੰਦੇ, ਤੇ ਉਹ ਠੰਡ ਲੱਗ ਕੇ ਕਿ ਉਹ ਕਿਡਨੀ ਤੋਂ ਇਨਫੈਕਸ਼ਨ ਬਾਹਰ ਨਿਕਲ ਕੇ ਬਲੱਡ ਵਿੱਚ ਵੀ ਕੁਛ ਨਾ ਕੁਛ ਚਲੀ ਗਈ ਹੈ, ਤਾਂ ਉਹਨਾਂ ਨੂੰ ਠੰਡ ਲੱਗ ਕੇ ਬੁਖਾਰ ਆ ਸਕਦਾ ਹੈ। ਤੇ ਜੇ ਕਿਸੇ ਨੂੰ, ਮਰੀਜ਼ ਨੂੰ ਪਿਸ਼ਾਬ ਵਿੱਚ ਜਲਨ ਹੈ ਜਾਂ ਬਾਰ-ਬਾਰ ਆ ਰਿਹਾ ਹੈ, ਪਿੱਠ ਵਿੱਚ ਦਰਦ ਹੈ, ਉਲਟੀ ਦਾ ਮਨ ਕਰ ਰਿਹਾ, ਔਰ ਨਾਲ ਉਹਨਾਂ ਨੂੰ ਬੁਖਾਰ ਵੀ ਹੈ, ਤਾਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਯੂਰਿਨ ਦਾ ਟੈਸਟ ਤਾਂ ਮਸਟ ਹੈ ਕਿ ਉਹਨਾਂ ਨੂੰ ਕਰਵਾਉਣਾ ਚਾਹੀਦਾ, ਤੇ ਦੇਖਣਾ ਚਾਹੀਦਾ ਕਿ ਕਿਸੇ ਤਰ੍ਹਾਂ ਦੀ ਪਿਸ਼ਾਬ ਦੀ ਇਨਫੈਕਸ਼ਨ ਹੈ।
ਤੇ ਡਾਕਟਰ ਸਾਹਿਬ ਯੂਰਿਨ ਦੇ ਕਲਰ ਦਾ ਵੀ ਫਰਕ ਪੈਂਦਾ ਕੋਈ ਇਨਫੈਕਸ਼ਨ ਦਾ? देखिए यूरिन ਦਾ ਕਲਰ ਨਾਰਮਲੀ ਅਗਰ ਕੋਈ ਨਾਰਮਲ ਪਾਣੀ ਦਾ ਸੇਵਨ ਕਰ ਰਿਹਾ ਹੈ ਜਿਸ ਨੂੰ ਕਿ ਦਿਨ ਵਿੱਚ 2.5 ਤੋਂ 3 ਲੀਟਰ ਕਹਿੰਦੇ ਆ, ਤੇ ਉਹਨਾਂ ਵਿੱਚ ਵਾਈਟਿਸ਼ ਤੋਂ ਮਾਈਲਡ ਜੈਲੋਇਸ਼ ਕਲਰ ਦਾ ਹੋ ਸਕਦਾ ਹੈ। ਈਵਨ ਜੈਲੋ ਕਲਰ ਵੀ ਆਪਾਂ ਨਾਰਮਲ ਮੰਨਦੇ ਹਾਂ, ਕੋਈ ਇਨਫੈਕਸ਼ਨ ਨਹੀਂ ਹੁੰਦੀ, ਉਹ ਜਸਟ ਕਨਸਨਟ੍ਰੇਟਡ ਯੂਰਿਨ ਹੁੰਦਾ ਹੈ ਕਿ ਜਿਵੇਂ ਕਿ ਉਸ ਦੀ ਹਾਈਡਰੇਸ਼ਨ ਥੋੜੀ ਜਿਹੀ ਘੱਟ ਹੈ। ਪਰ ਜੇ ਇਨਫੈਕਸ਼ਨ ਵਾਲਾ ਯੂਰਿਨ ਦੇਖਿਆ ਤਾਂ ਉਹ ਟਰਬਿਡ, ਉਸ ਨੂੰ ਆਪਾਂ ਟਰਮ ਦਿੰਦੇ ਆ ਕਿ ਉਹ ਟਰਬਿਡ, ਮਤਲਬ ਕਿ ਉਹ ਪਸ ਟਾਈਪ ਲੱਗੇਗਾ ਕਿ ਉਹ ਸਾਫ਼ ਨਹੀਂ ਹੈ। ਕੋਈ ਸ਼ੀਸ਼ੇ ਦੀ ਕੰਟੇਨਰ ਵਿੱਚ ਜਾਂ ਪਲਾਸਟਿਕ ਦੀ ਬੋਟਲ ਵਿੱਚ ਉਸ ਨੂੰ ਕਲੈਕਟ ਕੀਤਾ ਜਾਏ ਤਾਂ ਉਹ ਉਹਦੇ ਵਿੱਚ ਕੁਝ ਪਾਰਟੀਕਲਸ ਜਿਹੇ ਨੇ ਜਿਹੜੇ ਕਿ ਨਜ਼ਰ ਆਉਣਗੇ, ਤੇ ਉਹ ਸਾਨੂੰ ਸੁਜੈਸਟ ਕਰਦਾ ਕਿ ਇਸ ਪੇਸ਼ੈਂਟ ਵਿੱਚ ਸਾਨੂੰ ਇਨਫੈਕਸ਼ਨ ਦਾ ਫਰਦਰ ਇਵੈਲੂਏਸ਼ਨ ਕਰਨਾ ਚਾਹੀਦਾ। ਡਾਕਟਰ ਸਾਹਿਬ ਜਿਹੜੀ ਇਨਫੈਕਸ਼ਨ ਹੁੰਦੀ ਹੈ ਇਹ ਜ਼ਿਆਦਾਤਰ ਬੈਕਟੀਰੀਅਲ ਹੀ ਹੁੰਦੀ ਹੈ, ਜਿੱਦਾਂ ਕਈ ਕਹਿੰਦੇ ਸਟੈਰਲ ਪਾਈਯੂਰੀਆ, ਜੋ ਟੈਸਟ ਕਰਾਇਆ ਜਾਂਦਾ ਤੇ ਵਿੱਚ ਕੁਝ ਵੀ ਨਹੀਂ ਆਉਂਦਾ? ਜੋ ਯੂਰਿਨ ਦੀ ਇਨਫੈਕਸ਼ਨ ਹੈ ਬਹੁਤ ਸਾਰੇ ਕਾਰਨ ਕਰਕੇ ਹੋ ਸਕਦੀ ਹੈ। ਮੈਜੋਰਿਟੀ ਬੈਕਟੀਰੀਆ ਕਰਕੇ ਹੁੰਦੀ ਹੈ, ਜੋ 80 ਤੋਂ 90% ਹੈ ਉਹ ਬੈਕਟੀਰੀਆ ਕਰਕੇ ਹੁੰਦੀ ਹੈ। ਉਹਦੇ ਵਿੱਚ ਵੀ ਪਾਰਟਿਕੂਲਰਲੀ 2-3 ਬੈਕਟੀਰੀਆ ਹੁੰਦੇ ਨੇ, ਈਕੋਲਾਈ ਜਾਂ ਕਲੈਬਸ਼ੀਲਾ, ਜੋ ਕਿ ਜ਼ਿਆਦਾ ਇਨਫੈਕਸ਼ਨ ਕਰਦੇ ਨੇ। ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਕਾਮਨ ਨੇ, ਜਿਹੜੇ ਕਿ ਡਾਇਬਟੀਜ਼ ਪੇਸ਼ੈਂਟ ਨੇ ਜਿਨ੍ਹਾਂ ਨੂੰ ਪਿਸ਼ਾਬ ਦੀ ਫੰਗਲ ਦੀ ਇਨਫੈਕਸ਼ਨ ਵੀ, ਜਿਸ ਨੂੰ ਫੰਗੀ ਯੂਰੀਆ ਕਹਿੰਦੇ ਆ, ਉਹ ਪਿਸ਼ਾਬ ਦੀ ਇਨਫੈਕਸ਼ਨ ਕਰ ਸਕਦੇ ਨੇ। ਪੈਰਾਸਿਟਿਕ ਇਨਫੈਕਸ਼ਨ ਵੀ ਹੁੰਦੀ ਹੈ ਸ਼ਿਸਟੋਸੋਮੀਆਸਿਸ ਕਰਕੇ, ਹੋਰ ਜਿਹੜੀਆਂ ਕਿ ਪਿਸ਼ਾਬ ਦੀ ਇਨਫੈਕਸ਼ਨ ਵੀ ਕਰ ਸਕਦੀਆਂ ਨੇ। ਇਸ ਤੋਂ ਇਲਾਵਾ ਕੁਝ ਇੱਕ ਟੀਬੀ, ਜਿਵੇਂ ਕਿ ਟੀਬੀ ਦੀ ਬਿਮਾਰੀ ਹੈ, ਉਹ ਵੀ ਪਿਸ਼ਾਬ ਦੇ ਵਿੱਚ ਪਸ ਪ੍ਰੈਜ਼ੈਂਟ ਕਰ ਸਕਦੀ ਹੈ, ਤੇ ਜੇ ਸਾਰੇ ਸਿੰਪਟਮ ਯੂਟੀਆਈ ਵਾਲੇ ਹੁੰਦੇ ਨੇ। ਪਰ ਇਸ ਨੂੰ ਆਪਾਂ ਇਸ ਲਈ ਅਲੱਗ-ਅਲੱਗ ਕਰਕੇ ਟਰੀਟ ਕਰਦੇ ਹਾਂ ਕਿਉਂਕਿ ਉਹਨਾਂ ਦੀ ਟਰੀਟਮੈਂਟ ਮੋਡੈਲਿਟੀਜ਼ ਅਲੱਗ-ਅਲੱਗ ਨੇ। ਬੈਕਟੀਰੀਆ ਦੀ ਅਲੱਗ ਹੈ, ਟੀਬੀ ਦੀ ਅਲੱਗ ਹੈ, ਤੇ ਜੇ ਕਈ ਵਾਰ ਕਈ ਪੇਸ਼ੈਂਟਸ ਨੂੰ ਸਟੋਨ ਕਰਕੇ ਵੀ ਪਿਸ਼ਾਬ ਦੇ ਵਿੱਚ ਪਸ ਆ ਸਕਦੀ ਹੈ। ਕਈ ਵਾਰ ਅਲਟਰਾਸਾਊਂਡ ਕਰਾ ਰਿਹਾ ਹੁੰਦਾ ਪੇਸ਼ੈਂਟ, ਯੂਟੀਆਈ ਦੇ ਵਿੱਚ ਆਪਾਂ ਅਲਟਰਾਸਾਊਂਡ ਜਦੋਂ ਕਰਾਈਏ ਤਾਂ ਕਿਡਨੀ ਦੇ ਵਿੱਚ ਸਟੋਨ ਨਿਕਲਦਾ, ਬਿਲਕੁਲ ਹੁੰਦੇ ਪਸ ਸੈੱਲ ਹੈ, ਤੇ ਉਹ ਸਟੋਨ ਕਰਕੇ ਕਈ ਵਾਰ ਉਹ ਮਿਊਕੋਜ਼ਾ ਜੋ ਹੁੰਦਾ, ਉਹਨਾਂ ਦੀ ਲਾਈਨਿੰਗ ਹੁੰਦੀ ਹੈ ਯੂਰਿਨਰੀ ਟਰੈਕਟ ਦੀ, ਉਹਦੇ ਤੇ ਰਗੜ ਕਰਕੇ ਉਹ ਪਿਸ਼ਾਬ ਦੇ ਵਿੱਚ ਪਸ ਸੈੱਲ ਵੀ ਲਿਆ ਸਕਦੀ ਹੈ ਤੇ ਨਾਲ ਬਲੱਡ ਸੈੱਲ ਵੀ ਆ ਸਕਦੇ ਨੇ। ਤੇ ਇਸ ਲਈ ਸਾਨੂੰ ਉਹ ਰਿਪੋਰਟ ਤੋਂ ਆਪਾਂ ਦੇਖਦੇ ਹਾਂ ਯੂਜੂਲੀ ਕਿ ਉਹਨਾਂ ਵਿੱਚ ਪਸ ਸੈੱਲ ਵੀ ਹੈ, ਬਲੱਡ ਸੈੱਲ ਵੀ ਹੈ, ਜਾਂ ਹੋਰ ਸਾਨੂੰ ਨਾਈਟਰਾਈਟ ਜਾਂ ਹੋਰ ਸਾਨੂੰ ਇੰਡੀਕੇਟਰਸ ਹੁੰਦੇ ਨੇ ਕਿ ਕਿਸ ਪੇਸ਼ੈਂਟ ਵਿੱਚ ਇਨਫੈਕਸ਼ਨ ਹੈ, ਕਿਸ ਪੇਸ਼ੈਂਟ ਦੇ ਵਿੱਚ ਸਿਰਫ ਪਸ ਸੈੱਲ ਵੈਸੇ ਹੀ ਆ ਰਹੇ ਬਿਨਾਂ ਇਨਫੈਕਸ਼ਨ ਤੋਂ। ਅੱਛਾ ਡਾਕਟਰ ਸਾਹਿਬ, ਜਿਹੜਾ ਬੰਦਾ ਯੂਟੀ ਆਪਾਂ ਸਸਪੈਕਟ ਕਰ ਲਈ, ਆਪਾਂ ਹੁਣ ਸਟੈਪ ਵਾਈਜ਼ ਉਹਦੀ ਕਿੱਦਾਂ ਇਨਵੈਸਟੀਗੇਸ਼ਨਸ ਕਿਸ ਤਰ੍ਹਾਂ ਕਰਾਂਗੇ? ਸਭ ਤੋਂ ਪਹਿਲਾ ਟੈਸਟ ਆਪਾਂ ਯੂਰਿਨ ਰੂਟੀਨ ਤੇ ਮਾਈਕਰੋਸਕੋਪੀ, ਜਿਹਨੂੰ ਕਿ ਯੂਰਿਨ ਐਨਾਲਿਸਿਸ ਕਹਿੰਦੇ ਨੇ, ਸਭ ਤੋਂ ਪਹਿਲਾ ਟੈਸਟ ਆਪਾਂ ਪੇਸ਼ੈਂਟ ਦਾ ਉਹ ਕਰਵਾਉਂਦੇ ਆ, ਦੇਖਦੇ ਆ ਉਹਨਾਂ ਵਿੱਚ ਪਸ ਸੈੱਲ ਕਿੰਨੇ ਨੇ, ਜਾਂ ਨਾਈਟਰਾਈਟ ਪੋਜ਼ਿਟਿਵ ਹੈ, ਜਾਂ ਬੈਕਟੀਰੀਆ ਸਾਨੂੰ ਉਹਦੇ ਵਿੱਚ ਮੌਜੂਦ ਦਿਖ ਰਿਹਾ ਜਾਂ ਨਹੀਂ। ਤੇ ਜੇ ਸਾਨੂੰ ਯੂਰਿਨ ਰੂਟੀਨ ਤੋਂ ਸ਼ੱਕ ਪੈਂਦਾ ਹੈ ਤਾਂ ਆਪਾਂ ਯੂਰਿਨ ਕਲਚਰ, ਜਿਹੜਾ ਕਿ ਰਿਪੋਰਟ ਸਾਨੂੰ 2 ਤੋਂ 3 ਦਿਨ ਬਾਅਦ ਮਿਲਦੀ ਹੈ, ਉਸ ਆਪਾਂ ਆਰਡਰ ਕਰਦੇ ਹਾਂ ਤਾਂ ਕਿ ਐਗਜ਼ੈਕਟ ਬੈਕਟੀਰੀਆ ਕਿਹੜਾ ਹੈ ਉਹ ਸਾਨੂੰ ਮਿਲ ਜਾਏ, ਤੇ ਕਿਹੜੀ ਆਪਾਂ ਦਵਾਈ ਪੇਸ਼ੈਂਟ ਨੂੰ ਦੇਣੀ ਹੈ ਉਹ ਸਾਨੂੰ ਪਤਾ ਚੱਲ ਜਾਏ। ਜੇ ਕਿਸੇ ਪੇਸ਼ੈਂਟ ਨੂੰ ਬੁਖਾਰ ਆ ਰਿਹਾ ਹੈ ਜਾਂ ਸੀਵੀਅਰ ਵੋਮਿਟਿੰਗ ਹੈ, ਜਾਂ ਆਪਾਂ ਸਸਪੈਕਟ ਕਰ ਰਹੇ ਹਾਂ ਕਿ ਇਹਨਾਂ ਨੂੰ ਸਟੋਨ ਦੀ ਦਿੱਕਤ ਹੋ ਸਕਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਨਾਲ, ਤਾਂ ਸਾਨੂੰ ਇੱਕ ਇਮੇਜਿੰਗ ਟੈਸਟ ਯਾਨੀ ਕਿ ਅਲਟਰਾਸਾਊਂਡ ਵੀ ਕਰਵਾਉਣਾ ਪੈਂਦਾ ਹੈ। ਜਾਂ ਪੇਸ਼ੈਂਟ ਦੀ ਕੰਡੀਸ਼ਨ ਦੇਖ ਕੇ ਕਿ ਉਹ ਕੰਪਲਿਕੇਟਡ ਪੇਸ਼ੈਂਟ ਹੈ, ਸੀਰੀਅਸ ਪੇਸ਼ੈਂਟ ਹੈ, ਜਾਂ ਬਿਨਾਂ ਬੁਖਾਰ ਤੋਂ ਨੋਨ ਸੀਰੀਅਸ ਪੇਸ਼ੈਂਟ ਹੈ, ਤਾਂ ਆਪਾਂ ਫਰਦਰ ਇਨਵੈਸਟੀਗੇਸ਼ਨ ਨਹੀਂ ਕਰਦੇ, ਨਹੀਂ ਤਾਂ ਅਦਰਵਾਈਜ਼ ਸਾਨੂੰ ਬਲੱਡ ਦੇ ਟੈਸਟ ਜਾਂ ਕਿਡਨੀ ਦੇ ਫੰਕਸ਼ਨ ਟੈਸਟ ਵੀ ਕਰਨੇ ਪੈਂਦੇ। ਇਹ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਜਿੱਦਾਂ ਡਾਇਬਟੀਜ਼ 'ਚ ਕਿਉਂ ਯੂਰਿਨਰੀ ਇਨਫੈਕਸ਼ਨ ਜ਼ਿਆਦਾ ਕਾਮਨ ਹੁੰਦੀ? ਡਾਇਬਟੀਜ਼ ਵਾਲੇ ਪੇਸ਼ੈਂਟ ਵਿੱਚ ਅਗਰ ਅਨਕੰਟਰੋਲਡ ਸ਼ੂਗਰ ਰਹੇ ਤਾਂ ਯੂਰਿਨ ਦੇ ਵਿੱਚ ਸ਼ੂਗਰ ਜੋ ਮੌਜੂਦ ਹੁੰਦੀ ਹੈ ਉਹ ਬੈਕਟੀਰੀਆ ਲਈ ਇੱਕ ਤਰ੍ਹਾਂ ਦੀ ਖੁਰਾਕ ਬਣ ਜਾਂਦੀ ਹੈ ਜੀ। ਤੋ ਨੋਰਮਲ ਬਹੁਤ ਸਾਰੇ ਪੇਸ਼ੈਂਟ, ਡਾਇਬਟਿਕ ਵਾਲੇ ਪੇਸ਼ੈਂਟ ਵਿੱਚ ਜਾਂ ਦੂਸਰੇ ਪੇਸ਼ੈਂਟਸ ਵਿੱਚ ਕਈ ਵਾਰ ਬੈਕਟੀਰੀਆ ਹੋ ਸਕਦਾ ਹੈ ਪਰ ਉਹ ਸਿੰਪਟਮ ਨਹੀਂ ਦਿੰਦੇ। ਜਿਵੇਂ ਕਿ ਆਪਾਂ ਡਿਸਕਸ ਕਰ ਰਹੇ ਸੀ ਕਿ ਰੀਇਨਫੈਕਸ਼ਨ ਵਿੱਚ ਇਨਐਡਿਕੁਏਟ ਟਰੀਟਮੈਂਟ ਹੁੰਦੀ ਹੈ, ਕਈ ਵਾਰ ਬੈਕਟੀਰੀਆ ਪਿਸ਼ਾਬ ਦੇ ਟਰੈਕਟ ਵਿੱਚ ਮੌਜੂਦ ਹੋ ਸਕਦੇ ਨੇ, ਉਹਨਾਂ ਲਈ ਜਦੋਂ ਇੱਕ ਤਰ੍ਹਾਂ ਦੀ ਖੁਰਾਕ ਮਿਲ ਗਈ ਤਾਂ ਉਹ ਰੈਪਿਡਲੀ ਡਿਵਾਈਡ ਕਰਨੇ ਸ਼ੁਰੂ ਕਰ ਦਿੰਦੇ ਨੇ। ਤੇ ਇਸ ਲਈ ਡਾਇਬਟੀਜ਼ ਵਾਲੇ ਪੇਸ਼ੈਂਟ ਜਦੋਂ ਤੱਕ ਕਿ ਉਹਨਾਂ ਦੀ ਸ਼ੂਗਰ ਬਿਲਕੁਲ ਕੰਟਰੋਲਡ ਹੈ ਤਾਂ ਉਹ ਬਾਕੀ ਆਮ ਪਾਪੂਲੇਸ਼ਨ ਵਾਂਗੂ ਬਿਹੇਵ ਕਰਦੇ ਹੈ, ਉਹਨਾਂ ਵਿੱਚ ਰਿਸਕ ਜ਼ਿਆਦਾ ਨਹੀਂ ਹੁੰਦੇ। ਪਰ ਇੱਕ ਵਾਰੀ ਜਦੋਂ ਉਹਨਾਂ ਦੀ ਸ਼ੂਗਰ ਜ਼ਿਆਦਾ ਹੋ ਗਈ, ਯੂਰਿਨ ਦੇ ਵਿੱਚ ਵੀ ਸ਼ੂਗਰ ਮੌਜੂਦ ਹੋ ਗਈ, ਇੱਕ ਤਰ੍ਹਾਂ ਦੀ ਉਹਨਾਂ ਦੀ ਖੁਰਾਕ ਮਿਲਣੀ ਸ਼ੁਰੂ ਹੋ ਗਈ, ਕਲਚਰ ਗਰੋਥ ਲਈ ਉਹ ਉਹਨਾਂ ਲਈ ਇੱਕ ਤਰ੍ਹਾਂ ਦਾ ਬਰੋਥ ਮੀਡੀਆ ਮਿਲ ਗਿਆ ਤੇ ਉਹ ਬੈਕਟੀਰੀਆ ਲਈ ਹੈਲਪਫੁਲ ਹੋ ਗਿਆ ਉਹਨਾਂ ਦੀ ਖੁਰਾਕ ਲਈ ਤੇ ਉਹਨਾਂ ਦੀ ਗਰੋਥ ਲਈ।
ਜੀ ਇਹ ਡਾਕਟਰ ਸਾਹਿਬ ਜਿਹੜੇ ਆਦਮੀ ਹੈ ਜਿੱਦਾਂ ਹੁਣ ਉਹਨਾਂ 'ਚ ਕਿਸੇ 'ਚ ਗਦੂਦ ਆ ਜਾਂ ਕੁਛ ਹੈ ਕਿ ਜਿਨ੍ਹਾਂ ਦਾ ਗਦੂਦ ਦੀ ਇਨਲਾਰਜਮੈਂਟ ਹੁੰਦੀ ਹੈ ਉਹ ਵੀ ਇਹਦੀ UTI ਲਈ ਪ੍ਰੋਨ ਹੁੰਦੇ ਜ਼ਿਆਦਾ? ਦੇਖੀਏ ਹਰ ਇੱਕ ਮੇਲ ਗਦੂਦ ਦੇ ਨਾਲ ਪੈਦਾ ਹੁੰਦਾ ਹੈ ਤੇ ਤਕਰੀਬਨ 40-45 ਸਾਲ ਤੋਂ ਬਾਅਦ ਗਦੂਦ ਆਪਣੇ ਸਾਈਜ਼ ਤੋਂ ਵਧਣਾ ਸ਼ੁਰੂ ਕਰ ਦਿੰਦਾ ਹੈ ਜੀ। ਜੇ ਕਿਸੇ ਦੀ ਫੈਮਿਲੀ ਹਿਸਟਰੀ ਹੈ ਕਿ ਕਿਸੇ ਦੇ ਫਾਦਰ ਜਾਂ ਬ੍ਰਦਰ ਨੂੰ ਗਦੂਦ ਦੀ ਸਮੱਸਿਆ ਤੋਂ ਜੂਝ ਰਿਹਾ ਹੈ ਤਾਂ ਜ਼ਿਆਦਾ ਚਾਂਸ ਹੈ ਕਿ ਉਸ ਦੇ ਵਿੱਚ ਵੀ ਗਦੂਦ ਦੇ ਸਿੰਪਟਮਸ ਆਉਣ। ਜੇ ਉਸ ਮਰੀਜ਼ ਨੂੰ ਗਦੂਦ ਦੇ ਕੋਈ ਸਿੰਪਟਮਸ ਨਹੀਂ ਹੈ, ਯਾਨੀ ਕਿ ਉਹਨਾਂ ਨੂੰ ਕੋਈ ਪਿਸ਼ਾਬ ਦੀ ਕੋਈ ਦਿੱਕਤ ਨਹੀਂ ਹੈ ਕਿ ਕੋਈ ਪਿਸ਼ਾਬ ਜਾਣੀ ਕਿ ਰਾਤ ਨੂੰ ਬਾਰ-ਬਾਰ ਆਉਣਾ ਜਾਂ ਜ਼ੋਰ ਲਗਾ ਕੇ ਕਰਨਾ ਜਾਂ ਧਾਰ ਕੱਟ ਕੇ ਆਉਣਾ, ਪੂਰੀ ਤਰ੍ਹਾਂ ਖਾਲੀ ਨਹੀਂ ਹੋਣਾ, ਜੇ ਇਹ ਸਿੰਪਟਮਸ ਹੈ ਤਾਂ ਉਹ ਪੇਸ਼ੈਂਟ ਨੂੰ ਪਿਸ਼ਾਬ ਦੀ ਇਨਫੈਕਸ਼ਨ ਹੋਣ ਦੇ ਰਿਸਕ ਜ਼ਿਆਦਾ ਨੇ ਜੀ। ਪਰ ਜੇ ਇਹੋ ਜਿਹਾ ਕੋਈ ਸਿੰਪਟਮ ਨਹੀਂ ਹੈ, ਉਹਨਾਂ ਨੂੰ ਪਿਸ਼ਾਬ ਪੂਰਾ ਖਾਲੀ ਹੋ ਜਾਂਦਾ, ਮਸਾਨਾ ਬਿਲਕੁਲ ਖਾਲੀ ਹੋ ਜਾਂਦਾ ਹੈ, ਤਾਂ ਉਹਨਾਂ ਵਿੱਚ ਕੋਈ ਐਸੀ ਦਿੱਕਤ ਨਹੀਂ ਹੈ ਕਿ ਉਹਨਾਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਹੋਣ ਦਾ ਰਿਸਕ ਜ਼ਿਆਦਾ ਹੈ। ਇਹ ਡਾਕਟਰ ਸਾਹਿਬ ਜਿਹੜੇ ਮੇਲ ਹੈ ਇਹਨਾਂ ਵਿੱਚ ਰਿਕਰੈਂਟ UTI ਦਾ ਕੀ ਕਾਰਨ ਹੈ? ਦੇਖੀਏ ਮੇਲਸ ਵਿੱਚ ਕੋਈ ਵੀ UTI ਹੈ ਸਾਨੂੰ ਸੀਰੀਅਸਲੀ ਲੈਣਾ ਇਸ ਲਈ ਪੈਂਦਾ ਕਿਉਂਕਿ ਮੇਲ ਵਿੱਚ ਜਿਵੇਂ ਕਿ ਆਪਾਂ ਡਿਸਕਸ ਕੀਤਾ ਕਿ ਇਹਨਾਂ ਵਿੱਚ UTI ਕਾਮਨ ਨਹੀਂ ਹੁੰਦੀ ਫੀਮੇਲਸ ਦੇ ਕੰਪੈਰੀਜ਼ਨ ਨਾਲੋਂ। ਜੇ ਮੇਲਸ ਨੂੰ UTI ਹੋਈ ਹੈ ਤਾਂ ਆਪਾਂ ਹਰ ਇੱਕ ਐਫਰਟ ਲੈਂਦੇ ਹਾਂ ਕਿ ਉਸ ਮਰੀਜ਼ ਦੇ ਉਸ ਮੇਲ ਵਿੱਚ ਕਿਉਂ UTI ਹੋਈ ਜੀ। ਇਹ ਜਿਵੇਂ ਕਿ ਆਪਾਂ ਡਿਸਕਸ ਕੀਤੇ ਕਾਰਨ ਇਹ ਗਦੂਦ ਵਧਣ ਦੇ ਕਰਕੇ ਵੀ ਹੋ ਸਕਦਾ ਹੈ ਕਿ ਪੂਰਾ ਪਿਸ਼ਾਬ ਖਾਲੀ ਨਹੀਂ ਹੋ ਰਿਹਾ, ਜਾਂ ਕੋਈ ਪਿਸ਼ਾਬ ਦੇ ਰਸਤੇ ਦੀ ਰੁਕਾਵਟ ਹੈ, ਸਟ੍ਰਿਕਚਰ ਹੈ, ਜਾਂ ਕੋਈ ਫਾਈਮੋਸਿਸ ਹੈ, ਜਾਂ ਕੋਈ ਨਿਊਰੋਜੈਨਿਕ ਬਲੈਡਰ ਹੈ, ਜਾਂ ਕੋਈ ਸਟੋਨ ਹੈ। ਤਾਂ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਜਿਹਦੇ ਕਰਕੇ ਸਾਰੇ ਕਾਰਨ ਸਾਨੂੰ ਰੂਲ ਆਊਟ ਕਰਨੇ ਪੈਂਦੇ ਆ। ਸਾਨੂੰ ਇਮੇਜਿੰਗ ਟੈਸਟ ਜਿਵੇਂ ਕਿ ਅਲਟਰਾਸਾਊਂਡ ਕਰਕੇ ਜਾਂ ਫਿਜ਼ੀਕਲ ਐਗਜ਼ਾਮੀਨੇਸ਼ਨ, ਰੈਕਟਲ ਐਗਜ਼ਾਮੀਨੇਸ਼ਨ ਕਰਕੇ, ਜਾਂ ਉਹ ਡਿਪੈਂਡਿੰਗ ਅਪੋਨ ਕਿ ਕਿਆ ਰਿਪੋਰਟਸ ਹੈ, ਮਰੀਜ਼ ਦੇ ਕਿਆ ਸਾਈਨਸ ਸਿੰਪਟਮਸ ਨੇ, ਉਹਦੇ ਅਨੁਸਾਰ ਆਪਾਂ ਉਸ ਨੂੰ ਟੇਪਰ ਕਰਦੇ ਤੇ ਹਰ ਇੱਕ ਪੋਸੀਬਲ ਐਫਰਟ ਕਰਦੇ ਕਿ ਉਸ ਪੇਸ਼ੈਂਟ ਦੇ ਵਿੱਚ ਇਨਫੈਕਸ਼ਨ ਦਾ ਕਿਆ ਕਾਰਨ ਹੈ। ਇਹ ਡਾਕਟਰ ਸਾਹਿਬ ਜਿਹੜੀ ਐਂਟੀਬਾਇਓਟਿਕ ਲੈਣੀ ਹੈ ਕਿੰਨੀ ਦੇਰ ਲਈ ਲੈਣੀ ਹੈ, ਬੜਾ ਵੱਡਾ ਸਵਾਲ ਹੈ, ਖਾਸ ਕਰਕੇ ਫੀਮੇਲਸ ਦੇ ਵਿੱਚ ਜਿਹਨਾਂ ਦੀ ਰਿਕਰੈਂਟ UTI ਹੁੰਦੀ ਹੈ। ਹਾਂਜੀ, ਦੇਖੀਏ ਜੇ ਕੋਈ ਅਨਕੰਪਲਿਕੇਟਡ UTI ਹੈ ਜਿਸ ਨੂੰ ਕਿ ਕਿਸੇ ਫੀਮੇਲ ਨੂੰ ਫਸਟ ਟਾਈਮ ਇਨਫੈਕਸ਼ਨ ਹੋਈ ਹੈ, ਉਹਨਾਂ ਨੂੰ ਫੀਵਰ ਨਹੀਂ ਹੈ, ਸਿਰਫ ਪਿਸ਼ਾਬ ਬਾਰ-ਬਾਰ ਆ ਰਿਹਾ, ਜਲਨ ਦੇ ਨਾਲ ਆ ਰਿਹਾ, ਕਿਸੇ ਬੁਖਾਰ ਤੋਂ ਬਿਨਾਂ ਹੈ, ਤਾਂ ਸਿੰਪਲ ਇੱਕ ਐਂਟੀਬਾਇਓਟਿਕ 3 ਦਿਨ ਤੱਕ ਪ੍ਰਿਸਕ੍ਰਾਈਬ ਕਰਦੇ ਹੈ ਤੇ ਉਹ ਯੂਰਿਨ ਰੂਟੀਨ ਟੈਸਟ ਤੋਂ ਬਾਅਦ ਇੱਕ ਸਿੰਪਲ 3 ਦਿਨ ਤੱਕ ਸਫੀਸ਼ੀਐਂਟ ਹੁੰਦੀ ਹੈ। ਪਰ ਮੇਲਸ ਦੇ ਵਿੱਚ ਅਗਰ ਸੇਮ ਦੇਖਿਆ ਜਾਏ ਤਾਂ ਸਾਨੂੰ ਜਿਵੇਂ ਕਿ ਦੱਸਿਆ ਕਿ ਮੋਰ ਇਵੈਲੂਏਸ਼ਨ ਚਾਹੀਦੀ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਇਹੀ ਟ੍ਰੀਟਮੈਂਟ 7 to 10 ਡੇਜ਼ ਤੱਕ ਜਾ ਸਕਦੀ ਹੈ। ਜੇ ਕਿਸੇ ਨੂੰ ਬੁਖਾਰ ਦੇ ਨਾਲ ਪਿਸ਼ਾਬ ਦੀ ਇਨਫੈਕਸ਼ਨ ਹੈ ਜਾਂ ਗੁਰਦੇ ਦੇ ਵਿੱਚ ਆਪਾਂ ਇਨਫੈਕਸ਼ਨ ਸਸਪੈਕਟ ਕਰ ਰਹੇ ਹਾਂ ਤਾਂ ਇਹੀ ਟ੍ਰੀਟਮੈਂਟ 14 ਡੇਜ਼ ਤੱਕ ਵੀ ਹੋ ਸਕਦੀ ਹੈ, ਜਾਂ ਸਾਨੂੰ ਐਡਮਿਟ ਕਰਕੇ ਇੰਜੈਕਸ਼ਨ ਵੀ ਐਂਟੀਬਾਇਓਟਿਕ ਦੇਣੀ ਪੈਂਦੀ। ਦੋਸਤੋ ਕੋਈ ਸਰਜੀਕਲ ਮੈਜਰ ਵੀ ਲੈਣੇ ਪੈਂਦੇ ਜੇ UTI ਨਾ ਹੀ ਠੀਕ ਹੋਏ, ਰਿਕਰੈਂਟ UTI? ਹਾਂਜੀ, ਕਈ ਵਾਰ ਇਨਫੈਕਸ਼ਨ ਜੇ ਪ੍ਰੋਪਰ ਟ੍ਰੀਟ ਨਹੀਂ ਹੋਈ ਤੇ ਸਾਨੂੰ ਗੁਰਦੇ ਦੀ ਇਨਫੈਕਸ਼ਨ ਜਾਂ ਗੁਰਦੇ ਵਿੱਚ ਪਸ ਹੈ, ਗੁਰਦੇ ਵਿੱਚ ਹਵਾ ਭਰ ਗਈ ਹੈ, ਐਸਾ ਕੁਝ ਸਸਪੈਕਟ ਕਰ ਰਹੇ ਹਾਂ ਤਾਂ ਸਾਨੂੰ ਗੁਰਦੇ ਵਿੱਚੋਂ ਪਸ ਨਿਕਾਲਣੀ ਪੈ ਜਾਂਦੀ ਹੈ। ਇਹ ਬਹੁਤ ਸਾਰੇ ਤਰੀਕੇ ਦੇ ਨਾਲ ਆਪਾਂ ਯੂਜੂਅਲੀ ਕਰਦੇ ਹਾਂ ਕਿ ਪਿੱਠ ਦੇ ਵਿੱਚ ਪਾਈਪ ਜਿਸ ਨੂੰ PCN ਕਹਿੰਦੇ ਆ ਉਹ ਪਾ ਕੇ ਆਪਾਂ ਗੁਰਦੇ ਦੀ ਪਸ ਕੱਢ ਸਕਦੇ ਹਾਂ, ਜਾਂ ਪਿਸ਼ਾਬ ਦੇ ਰਸਤੇ ਦੂਰਬੀਨ ਦੇ ਨਾਲ ਸਾਨੂੰ ਸਟੈਂਟ ਪਾਉਣਾ ਪੈਂਦਾ ਹੈ ਕਿ ਤਾਂ ਕਿ ਪੂਰੀ ਇਨਫੈਕਸ਼ਨ ਕਲੀਅਰ ਹੋ ਜਾਏ। ਇਹ ਸਾਰੀ ਕਈ ਵਾਰ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਂਦੀ ਹੈ, ਕਈ ਪੇਸ਼ੈਂਟ ਬਹੁਤ ਹੀ ਸੀਰੀਅਸ ਹਾਲਤ ਵਿੱਚ ਐਮਰਜੈਂਸੀ ਵਿੱਚ ਆਉਂਦੇ ਨੇ ਕਿ ਗੁਰਦਾ ਜਿਨ੍ਹਾਂ ਦਾ ਨਸ਼ਟ ਹੋ ਗਿਆ ਹੁੰਦਾ ਹੈ ਕਿ ਇਨਫੈਕਸ਼ਨ ਕਰਕੇ, ਤਾਂ ਐਸੇ ਪੇਸ਼ੈਂਟ ਵਿੱਚ ਇਨੀਸ਼ੀਅਲੀ ਉਹਨਾਂ ਨੂੰ ਸਟੇਬਲ ਕਰਕੇ ਐਂਟੀਬਾਇਓਟਿਕ ਦੇ ਕੇ ਤੇ ਸਾਨੂੰ ਟਾਈਮ ਠਹਿਰ ਕੇ ਗੁਰਦੇ ਦੀ ਸਰਜਰੀ ਕਰਕੇ ਗੁਰਦਾ ਨਿਕਾਲਣਾ ਵੀ ਪੈ ਜਾਂਦਾ ਹੈ। ਸੋ ਪਿਆਰੇ ਦਰਸ਼ਕੋ, ਬਹੁਤ ਜ਼ਰੂਰੀ ਹੈ ਕਿ ਡਾਕਟਰ ਦੀ ਰਾਏ ਤੋਂ ਬਿਨਾਂ ਇਲਾਜ ਨਾ ਕਰਾਇਆ ਜਾਵੇ, ਖਾਸ ਕਰਕੇ ਜੇ ਯੂਰਿਨ ਦੀ ਇਨਫੈਕਸ਼ਨ ਹੈ ਤਾਂ ਪਹਿਲਾਂ ਕਲਚਰ ਕਰਾਇਆ ਜਾਵੇ, ਜਿਹੜੀ ਐਂਟੀਬਾਇਓਟਿਕ ਆਉਂਦੀ ਹੈ ਉਹਦੇ ਹਿਸਾਬ ਨਾਲ ਦਵਾਈ ਲਿੱਤੀ ਜਾਵੇ। ਡਾਕਟਰ ਅਤਰੀ, ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ, ਬਹੁਤ ਵਧੀਆ ਜਾਣਕਾਰੀ ਦਿੱਤੀ। ਮੈਨੂੰ ਲੱਗਦਾ ਹਾਲੇ ਵਿਸ਼ਾ ਥੋੜ੍ਹਾ ਅਧੂਰਾ ਰਹਿ ਗਿਆ। ਤੁਹਾਡੇ ਨਾਲ ਫਿਰ ਮੁਲਾਕਾਤ ਦਾ ਵਾਅਦਾ ਕਰਦੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਨਮਸਕਾਰ। ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਰਹੇ।